डॉक्टर रवि गर्ग, member CICC, College of Immigration and Citizenship Consultants, authorized by Canada Government and Canada Embassy, and Director of Pioneer Immigration। ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਹਰ ਸੈਟਰਡੇ ਸਵੇਰੇ 11 ਵਜੇ 11 ਸਵਾ 11 ਦੇ ਕਰੀਬ ਅਪਡੇਟਸ ਲੇਟੈਸਟ ਜਿਹੜੀ ਹੈ ਖਾਸ ਤੌਰ 'ਤੇ ਕੈਨੇਡਾ ਦੇ ਵੀਜ਼ਾ ਨੂੰ ਲੈ ਕੇ, ਕੈਨੇਡਾ ਦਾ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਸਪਾਊਸ ਵੀਜ਼ਾ, ਕੈਨੇਡਾ ਦੇ ਵਿੱਚ ਜਿਹੜੇ ਬੱਚੇ ਗਏ ਨੇ ਉਹਨਾਂ ਦਾ ਸਟੱਡੀ ਪਰਮਿਟ, ਐਕਸਟੈਂਸ਼ਨ, ਪੋਸਟ ਗ੍ਰੈਜੂਏਟ ਵਰਕ ਪਰਮਿਟ, PR ਦੀਆਂ ਫਾਈਲਸ, ਹੋਰ ਕਈ ਤਰ੍ਹਾਂ ਦੇ ਖਾਸ ਤੌਰ 'ਤੇ ਕੈਨੇਡਾ ਦੇ ਵੀਜ਼ਾ ਦੇ ਵਿੱਚ ਅਸੀਂ ਡੀਲ ਕਰਦੇ ਹਾਂ। 2003 ਤੋਂ ਕੰਪਨੀ ਤੁਹਾਡੀ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੈਨੂਅਨ 100% ਓਨੈਸਟ ਸਿੰਸੀਅਰ ਸਰਵਿਸਿਜ਼ ਤੁਹਾਡੀਆਂ ਸੇਵਾਵਾਂ ਕਰਦੀ ਆ ਰਹੀ ਹੈ। ਵੈਲਕਮ, ਥੈਂਕ ਯੂ ਫॉर ਬੀਇੰਗ ਵਿਦ ਮੀ। ਸਭ ਤੋਂ ਪਹਿਲਾਂ ਇੱਕ ਜ਼ਰੂਰੀ ਕਾਫੀ ਸਾਰੇ ਅਪਡੇਟਸ ਆਪਾਂ ਸ਼ੇਅਰ ਕਰਨੇ ਹੈਗੇ ਆ, ਲੇਕਿਨ ਇੱਕ ਜ਼ਰੂਰੀ ਗੱਲ ਕਿ ਸਾਰੇ ਆਫਿਸਿਸ ਦੇ ਵਿੱਚ 9 ਆਫਿਸਿਸ ਇਨ ਇੰਡੀਆ, ਹੈੱਡ ਆਫਿਸ ਇਨ ਚੰਡੀਗੜ੍ਹ ਅਤੇ ਬ੍ਰਾਂਚ ਆਫਿਸਿਸ ਇਨ ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ, ਇੱਥੇ ਵੀ ਓਨੈਸਟ ਸਿੰਸੀਅਰ ਰੱਬ ਦੇ ਬੰਦੇ ਦੀ ਜ਼ਰੂਰਤ ਹੈਗੀ ਹੈ, ਸਟਾਫ ਦੀ ਜ਼ਰੂਰਤ ਹੈਗੀ ਹੈ। ਕਿਸੇ ਨੂੰ ਜੌਬ ਦੀ ਜ਼ਰੂਰਤ ਹੋਵੇ ਅਤੇ ਐਕਸਪੀਰੀਅੰਸ ਪ੍ਰੈਫਰਡ ਹੈਗਾ, ਲੇਕਿਨ ਜ਼ਰੂਰੀ ਨਹੀਂ ਹੈ ਕਿ ਐਕਸਪੀਰੀਅੰਸ ਹੋਵੇ। ਅਗਰ ਨਹੀਂ ਐਕਸਪੀਰੀਅੰਸ ਅਤੇ ਓਨੈਸਟੀ ਔਰ ਜੈਨੂਅਨਨੈਸ, ਹਾਰਡ ਵਰਕਿੰਗ ਰੱਬ ਦਾ ਬੰਦਾ ਹੋਣਾ ਜ਼ਰੂਰੀ ਹੈ। ਅਦਰਵਾਈਜ਼ ਸਾਡੇ ਨਾਲ ਫਿਟਿੰਗ ਨਹੀਂ ਬੈਠਣੀ ਅਤੇ ਫਿਰ ਉਹਨੂੰ ਹਟਣਾ ਪਏਗਾ। ਸਾਡੇ ਕੋਲੋਂ ਬੜੇ ਸਾਰੇ ਬੰਦੇ ਹਟਾ ਦਈਦੇ ਇਸੇ ਕਰਕੇ। ਵੀ ਹੈਵ ਟੂ ਕੀਪ ਅ ਕਲੋਜ਼ ਆਈ, ਸਾਨੂੰ ਨਜ਼ਰ ਰੱਖਣੀ ਪੈਂਦੀ, ਧਿਆਨ ਰੱਖਣਾ ਪੈਂਦਾ। ਜਿੱਥੇ ਗੜਬੜ ਹੋਈ ਨਾਲ ਦੀ ਨਾਲ ਬਾਹਰ। ਬਹੁਤ ਸਾਰੇ ਵੀਜ਼ਾ ਲੱਗਦੇ ਨੇ। ਰੀਸੈਂਟਲੀ 5 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਲੱਗਿਆ। ਆਮ ਤੌਰ 'ਤੇ 1 2 3 4 ਰਿਫਿਊਜ਼ਲਾਂ ਤੋਂ ਬਾਅਦ ਆਮ ਹੀ ਵੀਜ਼ੇ ਲੱਗਦੇ ਰਹਿੰਦੇ ਹੈਗੇ ਆ। ਔਰ ਬੜੇ ਧਿਆਨ ਨਾਲ, ਸਮਝਦਾਰੀ ਨਾਲ ਔਰ ਓਨੈਸਟੀ ਨਾਲ, ਬੜੇ ਜਿਹੜਾ ਆਪਾਂ ਸੋਚਦੇ ਹਾਂ ਕਿ ਰੱਬ ਦਾ ਬੰਦਾ ਹੋਵੇ, ਚੰਗੀ ਤਰ੍ਹਾਂ ਸਲਾਹ ਦੇਵੇ, ਹੋਣ ਵਾਲਾ ਕੰਮ ਹੈ ਅਤੇ ਕੇਸ ਲਵੇ, ਨਹੀਂ ਤਾਂ ਨਾ ਲਵੇ, ਜਵਾਬ ਦੇ ਦੇਵੇ। ਉਸ ਚੀਜ਼ ਨੂੰ ਧਿਆਨ 'ਚ ਰੱਖ ਕੇ ਅਸੀਂ ਸਲਾਹ ਮਸ਼ਵਰਾ ਜਿਹੜਾ ਕਾਊਂਸਲਿੰਗ ਔਰ ਕੰਸਲਟੇਸ਼ਨ ਖਿਆਲ ਕਰਕੇ ਉਹਨਾਂ ਨੂੰ ਗੱਲਬਾਤ ਕਰਦੇ ਹਾਂ। ਤੁਹਾਡੇ ਬੰਦੇ ਐਜ ਏ ਫੈਮਿਲੀ ਮੈਂਬਰ, ਜਿਵੇਂ ਕਿ ਆਪਾਂ ਐਜ ਏ ਫੈਮਿਲੀ ਮੈਂਬਰ ਹੋਈਏ ਅਤੇ ਕਿਵੇਂ ਕਰਾਂਗੇ, ਕੇਸ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ, ਕਿਹੜੀ ਕੈਟੇਗਰੀ ਦੇ ਵਿੱਚ ਐਲੀਜੀਬਿਲਿਟੀ ਬਣਦੀ ਹੈਗੀ ਹੈ, ਬਣੇਗੀ ਕਿ ਨਹੀਂ ਬਣੇਗੀ। ਬੜੇ ਸਾਰੇ ਲੋਕ, ਮੈਂ ਆਪਣੇ ਤਜਰਬੇ ਤੋਂ ਦੇਖਿਆ, ਬੜੇ ਸਾਰੇ ਕੰਸਲਟੈਂਟ, ਬੜੇ ਸਾਰੇ ਲੋਕ ਸਿਰਫ ਇਸ ਕਰਕੇ ਕਿ ਚਲੋ ਆਪਣੇ 10 20 50 ਹਜ਼ਾਰ ਲੱਖ ਰੁਪਈਆ ਬਣ ਜਾਣਾ ਹੈਗਾ, ਅਗਲੇ ਨੂੰ ਗੁੰਮਰਾਹ ਕਰ ਦੇਣਾ, ਕਈ ਤਰ੍ਹਾਂ ਦੇ ਝੂਠੇ ਵਾਅਦੇ ਕਰਦੇ ਨੇ, ਝੂਠੀ ਵੀਜ਼ਾ ਦੀ ਗਰੰਟੀਆਂ ਦੇ ਦੇਣੀਆਂ ਔਰ ਗਲਤ ਤਰੀਕੇ ਨਾਲ ਫਸਾ ਕੇ ਉਹ ਵਿਚਾਰੇ ਨੂੰ ਨੈਚੁਰਲ ਜਿਹੜੇ ਇਸ ਫੀਲਡ ਦੇ ਵਿੱਚ ਡੀਲ ਨਹੀਂ ਕਰਦੇ ਕਲਾਇੰਟਸ ਜਿਹੜੇ ਨੇ, ਜਿਹੜੇ ਵਿਚਾਰੇ ਬਹੁਤ ਸਾਰੇ ਇਹੋ ਜਿਹੇ ਵੀ ਨੇ, ਪਿੰਡਾਂ ਤੋਂ ਆਉਂਦੇ ਨੇ, ਹਾਲੇ ਇੰਨੀ ਨੌਲੇਜ ਨਹੀਂ ਹੁੰਦੀ, ਇੰਨੀ ਪੜ੍ਹਾਈ ਲਿਖਾਈ ਨਹੀਂ ਹੁੰਦੀ ਅਤੇ ਇਸ ਫੀਲਡ ਦੀ ਜਾਣਕਾਰੀ ਨਹੀਂ ਹੁੰਦੀ, ਅਤੇ ਉਹ ਵਿਚਾਰੇ ਫਸ ਜਾਂਦੇ ਨੇ। ਕਈ ਸਾਲ ਵੀ ਖਰਾਬ ਹੁੰਦੇ ਨੇ, ਨਾਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ, ਨਾਲੇ ਪੈਸਿਆਂ ਦਾ ਨੁਕਸਾਨ ਹੁੰਦਾ। ਸੋ ਉਹਨਾਂ ਚੀਜ਼ਾਂ ਤੋਂ ਬਚ ਕੇ ਵੀ ਖਿਆਲ ਕਰਨਾ ਹੈਗਾ। ਕੱਲ੍ਹ ਦੀ ਗੱਲ ਹੈਗੀ ਹੈ, ਮੇਰੇ ਕਿਸੇ ਦੋਸਤ ਦੇ ਅੱਗੇ ਨੋਨ ਸੀਗੇ, ਜਾਣ ਪਛਾਣ ਵਾਲੇ, ਉਹਨਾਂ ਦੀ ਕਿਸੇ ਕਾਲਜ ਤੋਂ ਆਫਰ ਲੈਟਰ ਆ ਗਈ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਫਲਾਣੇ ਬੰਦੇ ਨੂੰ 10 ਲੱਖ ਰੁਪਈਏ ਫੜਾ ਦਿਓ ਅਤੇ ਅਸੀਂ ਕਾਲਜ ਦੀ ਫੀਸ ਪੇ ਕਰ ਦਿਆਂਗੇ ਆਪਣੇ ਆਪ। ਸੋ ਉੱਥੋਂ ਉਹਨਾਂ ਦਾ ਜਿਹੜਾ, ਜਿਸ ਤਰ੍ਹਾਂ ਮੇਰੇ ਲਾਈਵ ਸੈਸ਼ਨ TV ਇੰਟਰਵਿਊਜ਼ 'ਤੇ ਇਹ ਗੱਲਾਂ ਕਰੀਦੀਆਂ ਨੇ ਕਿ ਪੈਸਿਆਂ ਤੋਂ ਬਚਣ ਦਾ ਹੋਰ ਵੀ ਨਾਲ ਕਈ ਸਟੈਪਸ ਹੈਗੇ ਨੇ, ਲੇਕਿਨ ਵਨ ਆਫ ਦਾ ਬੈਸਟ ਸਟੈਪਸ, ਇੱਕ ਜ਼ਰੂਰੀ ਗੱਲ ਹੈਗੀ ਹੈ ਕਿ ਆਪਣੇ ਬੈਂਕ ਅਕਾਊਂਟ ਤੋਂ ਸਿੱਧਾ ਜਿਹੜਾ ਨੇ ਆਪਣੇ ਜਿਹੜੇ ਕੈਨੇਡਾ ਦੇ ਕਾਲਜ ਦੇ ਬੈਂਕ ਅਕਾਊਂਟ ਦੇ ਵਿੱਚ ਜਾਂ GIC ਅਕਾਊਂਟ ਦੇ ਪੈਸੇ ਜਿਹੜੇ ਨੇ ਉਹ ਕੈਨੇਡੀਅਨ ਬੈਂਕ ਦੇ ਵਿੱਚ, ਸਕੋਸ਼ੀਆ ਬੈਂਕ, ICICI ਬੈਂਕ, 2 ਹੋਰ ਬੈਂਕ ਨੇ, ਉਹਨਾਂ ਦੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਨੇ। ਬਹੁਤ ਸਾਰੇ ਕਾਲਜਿਸ ਨੇ ਇੱਕ ਨਵਾਂ ਤਰੀਕਾ ਕੱਢਿਆ ਹੈਗਾ ਫੀਸ ਪੇ ਕਰਨ ਦਾ, ਫਲਾਈਵਾਇਰ। ਉਸ ਦਾ ਇੱਕ ਅਲੱਗ ਫਲਾਈਵਾਇਰ ਦਾ ਅਕਾਊਂਟ ਖੁੱਲ੍ਹਦਾ ਹੈਗਾ, ਉਹ ਜਨਰੇਟ ਹੁੰਦਾ ਹੈਗਾ। ਉਸ ਤੋਂ ਬਾਅਦ ਇੱਕ ਉਹਨਾਂ ਦਾ ਪੇਪਰ ਜਨਰੇਟ ਹੁੰਦਾ, ਜਿਸ ਨੂੰ ਦਿਖਾ ਕੇ ਆਪਾਂ ਬੈਂਕ ਨੂੰ ਦਿਖਾਈ ਦਾ ਅਤੇ ਉਹ ਜਿਹੜੇ ਪੇਮੈਂਟ ਕਰਦੇ ਨੇ ਉਹ ਉਹਨਾਂ ਦੇ। ਇਹ ਚੀਜ਼ਾਂ ਸਾਰੀਆਂ ਆਮ ਤੌਰ 'ਤੇ ਕਾਲਜਾਂ ਦੀ ਵੈਬਸਾਈਟਸ 'ਤੇ ਵੀ ਮੈਨਸ਼ਨਡ ਹੈਗੀਆਂ ਨੇ, ਲਿਖੀਆਂ ਹੁੰਦੀਆਂ ਨੇ। ਔਰ
ਜਿਸ ਤਰ੍ਹਾਂ ਮੈਂ ਦੱਸਿਆ ਮੇਰੇ ਦੋਸਤ ਦੇ ਜਾਣਕਾਰ ਸੀ, ਉਹਨਾਂ ਨੂੰ ਅਲਰਟ ਹੋਇਆ, ਟੈਨਸ਼ਨ ਹੋਈ, ਤੇ ਫਿਰ ਉਹਨਾਂ ਨੇ ਮੇਰੇ ਦੋਸਤ ਨੂੰ ਕਿਹਾ ਤੇ ਉਹਨੇ ਮੈਨੂੰ ਕੰਟੈਕਟ ਕੀਤਾ ਤੇ ਫਿਰ ਉਹ ਕਰਵਾਉਣਾ ਚਾਹੁੰਦੇ ਸੀ ਸਾਡੇ ਤੋਂ ਅੱਗੇ ਦਾ ਕੰਮ। ਲੇਕਿਨ ਪਹਿਲਾਂ ਤੋਂ ਹੀ ਆਪਣਾ ਕੰਸਲਟੈਂਟ ਜਿਹੜਾ ਹੈਗਾ ਉਹ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਬਈ ਜੇ ਉਹਨਾਂ ਨੇ ਕਿਸੇ ਹੋਰ ਤੋਂ ਕਾਲਜ ਦੀ ਐਡਮਿਸ਼ਨ ਕਰਵਾ ਲਈ ਤੇ ਜੇ ਉਹਨਾਂ ਨੂੰ ਫੇਥ ਹੈਗਾ ਤੇ ਉੱਥੋਂ ਹੀ ਕੰਟੀਨਿਊ ਕਰਾ ਲੈਣ, ਉੱਥੋਂ ਹੀ ਅੱਗੇ ਦਾ ਕੰਮ ਕਰਵਾ ਲੈਣ, ਜੇ ਨਹੀਂ ਫੇਥ ਤਾਂ ਫਿਰ ਆਪਾਂ ਦੇਖਾਂਗੇ। ਤੇ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੂੰ ਹੁਣ ਫੇਥ ਨਹੀਂ ਰਿਹਾ ਉਹਨਾਂ 'ਤੇ। ਸੋ ਉਹ ਚੀਜ਼ ਹੈਗੀ ਕਿ ਬੜਾ ਧਿਆਨ ਆਪਣਾ ਅਲਰਟ ਰਹੋ, ਖਿਆਲ ਰਹੋ। ਇੱਕ ਵਾਰੀ ਪੈਸੇ ਕਿਤੇ ਫਸ ਗਏ, ਬਹੁਤ ਸਾਰੇ ਕਾਫੀ ਪਰਸੈਂਟੇਜ ਹੈਗੀ, ਕਾਫੀ ਲੋਕਾਂ ਦੇ ਪੈਸੇ ਇਸ ਤਰੀਕੇ ਨਾਲ ਫਸ ਜਾਂਦੇ ਨੇ। ਕਈ ਤਰ੍ਹਾਂ ਦੀ ਠੱਗੀਆਂ ਗੜਬੜੀਆਂ ਹੁੰਦੀਆਂ ਨੇ, ਫਿਰ ਬਾਅਦ ਵਿੱਚ ਨਿਕਲਣਾ ਔਖਾ ਹੋ ਜਾਂਦਾ, ਟਾਈਮ ਵੀ ਲੱਗਦਾ, ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈਗਾ। ਬੜੇ ਸਾਲ ਡਾਕਟਰੀ ਕੀਤੀ ਮੈਂ ਤੇ ਮੇਰੇ ਵਾਈਫ, ਔਰ ਹਸਪੀਟਲ ਚਲਾਇਆ, ਔਰ ਉਸ ਤੋਂ ਬਾਅਦ ਇਹ ਵਾਲਾ ਫੀਲਡ ਜਿਹ 'ਚ ਰੱਬ ਨੇ ਪਾਇਆ ਤੇ ਮੈਂ ਦੇਖਿਆ ਕਿ ਬਹੁਤ ਗੜਬੜੀ ਵਾਲਾ ਫੀਲਡ ਹੈਗਾ, ਬਦਨਾਮ ਕਿਸਮ ਦਾ ਫੀਲਡ ਹੈਗਾ। ਕਾਫੀ ਸਾਰੇ ਲੋਕ ਗੜਬੜੀਆਂ ਕਰਦੇ ਨੇ ਤੇ ਅਰਦਾਸ ਰੱਬ ਨੂੰ ਕਿ ਸਾਰੇ ਹੀ ਆਪਾਂ, ਨਾ ਸਿਰਫ ਇਮੀਗ੍ਰੇਸ਼ਨ ਕੰਸਲਟੈਂਟ, ਨਾ ਸਿਰਫ ਮੈਂ, ਸਾਰੇ ਖਾਸ ਤੌਰ ਤੇ ਗੌਰਮੈਂਟ ਅਫੀਸਰ, ਤੇ ਖਾਸ ਤੌਰ ਤੇ ਕੱਲ ਗੱਲ ਕਰਦੇ ਪਏ ਸੀ ਯਾਰ ਦੋਸਤ ਕਿ ਇੰਡੀਆ ਵਿੱਚੋਂ ਜੇ ਪੁਲਿਸ ਵਧੀਆ ਹੋ ਜਾਵੇ ਹਰ ਤਰੀਕੇ ਨਾਲ ਤੇ ਬਹੁਤ ਜ਼ਿਆਦਾ ਹੱਦ ਨਾਲ ਜਿਹੜਾ ਇੰਡੀਆ ਦਾ ਮਸਲਾ ਹੱਲ ਹੋ ਜਾਵੇ, ਸੈਟਿੰਗ ਹੋ ਜਾਵੇ। ਕਿਉਂਕਿ ਉਸ ਨੂੰ ਦਿੱਕਤ ਆ ਰਹੀ ਸੀਗੀ, ਉਸ ਦਾ ਕੋਈ ਮਸਲਾ ਫਸਿਆ ਸੀ, ਉਹਦੇ ਵਿੱਚ ਜਿਹੜੇ ਅਫਸਰ ਸੀਗੇ ਉਹ ਫਿਰ ਨੈਚੁਰਲੀ ਸਹੀ ਤਰੀਕੇ ਨਾਲ ਆਪਣਾ ਰੋਲ ਨਹੀਂ ਪਲੇ ਕਰਦੇ ਪਏ ਸੀਗੇ, ਦਿੱਕਤ ਆਉਂਦੀ। ਸੋ ਉਹ ਆਪਾਂ ਅਰਦਾਸ ਕਰੀਏ, ਸਾਰੇ ਆਪਾਂ ਰੱਬ ਨੂੰ ਹਾਜ਼ਰ ਨਾਲ ਮੰਨ ਕੇ ਸਹੁੰ ਖਾਈਏ, ਚੱਕੀਏ ਕਿ ਬਈ ਆਪਾਂ ਸਾਰੇ ਵਧੀਆ ਬੰਦੇ ਬਣ ਕੇ ਇੱਕ ਦੂਜੇ 'ਤੇ ਫੇਥ, ਵਿਸ਼ਵਾਸ ਕਰ ਸਕੀਏ, ਤਾਂ ਕਿ ਸਾਰੇ ਓਨੈਸਟੀ ਨਾਲ ਕੰਮ ਕਰੀਏ, ਇੱਕ ਦੂਜੇ ਨਾਲ ਇਮਾਨਦਾਰੀ, ਭਰੋਸਾ, ਖਿਆਲ, ਜਿਹੜਾ ਰੱਬ ਦਾ ਦਿਖਾਇਆ ਰਸਤਾ ਹੈਗਾ, ਗੁਰਬਾਣੀ 'ਚ ਲਿਖਿਆ ਹੈਗਾ, ਸਾਰੇ ਧਰਮਾਂ ਦੇ ਵਿੱਚ, ਸਾਰੇ ਗ੍ਰੰਥਾਂ ਦੇ ਵਿੱਚ ਇਹ ਲਿਖਿਆ, ਓਨੈਸਟੀ ਇਜ਼ ਦਾ ਬੈਸਟ ਪੋਲਿਸੀ। ਔਰ ਬੜੀ ਤਰੱਕੀ, ਔਰ ਮੈਂ ਆਪਣੀ ਬਹੁਤ ਤਰੱਕੀ ਕੀਤੀ, ਰੱਬ ਨੇ ਬੜੀ ਕਿਰਪਾ ਬਖਸ਼ੀ, ਬੜਾ ਸ਼ੁਕਰ ਵੀ ਹੈ ਰੱਬ ਦਾ। ਲੇਕਿਨ ਉਸ ਦੇ ਵਿੱਚ ਇੱਕ ਵੱਡੀ ਜਿਹੜੀ ਚੀਜ਼ ਹੈਗੀ ਹੈ ਓਨੈਸਟੀ ਨੂੰ, ਮੈਂ ਉਸ ਦਾ ਸਾਰਾ ਜਿਹੜਾ ਕਾਫੀ ਜ਼ਿਆਦਾ ਸ਼੍ਰੇਅ ਜਿਹੜਾ ਹੈਗਾ, ਹਾਰਡ ਵਰਕ, ਓਨੈਸਟੀ, ਰੱਬ ਦੀ ਕਿਰਪਾ, ਬਾਕੀ ਬੜੀਆਂ ਚੀਜ਼ਾਂ ਨੇ, ਲੇਕਿਨ ਓਨੈਸਟੀ ਮੇਨ ਫੈਕਟਰ ਜਿਹੜੇ ਮੇਰਾ ਕੀ ਟੂ ਸਕਸੈਸ ਜਿਹੜਾ ਹੈਗਾ, ਮੇਰੇ ਤਰੱਕੀ ਦਾ ਰਾਜ, ਔਰ ਉਸ ਨੂੰ ਫੜ ਕੇ ਰੱਖਿਆ ਹਮੇਸ਼ਾ। ਭਾਵੇਂ ਮਾੜੇ ਦਿਨ ਸੀਗੇ, ਭਾਵੇਂ ਗਰੀਬੀ ਦੇਖੀ, ਔਖੇ ਦਿਨ ਬੜੇ ਦੇਖੇ, ਮੈਂ ਖੁਦ ਵੀ ਬੜੀ ਸਾਰੀ ਪਰੇਸ਼ਾਨੀਆਂ ਦੇਖੀਆਂ। ਹੁਣ ਵੀ ਪਰੇਸ਼ਾਨੀਆਂ ਦੀ ਗੱਲ ਕਰੀਏ ਤਾਂ ਉਹੀ ਕਿ ਸਟਾਫ ਮੈਂਬਰਾਂ ਨੂੰ ਖਿਆਲ ਰੱਖਣਾ, ਔਰ ਚੰਗੇ ਸਟਾਫ ਮੈਂਬਰ ਮਿਲਣੇ, ਉਸ ਤੋਂ ਬਾਅਦ ਸਟਾਫ ਮੈਂਬਰਾਂ 'ਤੇ ਨਿਗਾਹ ਰੱਖਣੀ, ਔਰ ਉਸ ਦੇ ਵਿੱਚ ਫਿਰ ਵੀ ਕੋਈ ਨਾ ਕੋਈ ਗੜਬੜੀ ਵਾਲਾ ਬੰਦਾ ਮਿਲ ਹੀ ਜਾਂਦਾ ਹੈ। ਜਿੰਨਾ ਮਰਜ਼ੀ ਭਰੋਸੇ ਨਾਲ, ਧਿਆਨ ਨਾਲ ਅਸੀਂ ਚੂਜ਼ ਕਰੀਏ, ਧਿਆਨ ਰੱਖੀਏ, ਖਿਆਲ ਕਰੀਏ, ਫਿਰ ਵੀ ਅੱਜ ਕੱਲ੍ਹ ਦੀ ਦੁਨੀਆ ਦੇ ਹਿਸਾਬ ਦੇ ਨਾਲ ਫਿਰ ਵੀ ਗੜਬੜ ਵਾਲਾ ਕੰਮ ਹੁੰਦਾ ਤੇ ਅਸੀਂ ਧਿਆਨ ਰੱਖਦੇ ਹਾਂ। ਤੁਹਾਨੂੰ ਜਿਹੜਾ ਵੀਜ਼ਾ ਲੈ ਕੇ ਦਿੰਦੇ ਆ ਉਹ ਤਾਂ ਸਾਰਾ ਪੱਕਿਆ ਪਕਾਇਆ ਵਾਲਾ ਕੰਮ ਹੁੰਦਾ ਹੈ ਕਿ ਪਿੱਛੇ ਬੈਕਐਂਡ 'ਤੇ ਕੀ ਕੁਝ ਚੱਲੀ ਜਾਂਦਾ ਉਹਦਾ ਆਮ ਤੌਰ 'ਤੇ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ। ਸੋ ਉਹ ਜਿਹੜਾ ਹੈਗਾ, ਲੇਕਿਨ ਇਹਨਾਂ ਚੀਜ਼ਾਂ 'ਤੇ ਧਿਆਨ ਪ੍ਰੋਫੈਸ਼ਨਲੀ ਜਿਹਨੂੰ ਕਹਿੰਦੇ ਆ, ਓਨੈਸਟਲੀ, ਸਿੰਸੀਅਰਲੀ, ਹਾਰਡ ਵਰਕਿੰਗ ਦੇ ਨਾਲ, ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਪ੍ਰੋਫੈਸ਼ਨਲੀ, ਐਥੀਕਲੀ। ਇਹ ਮੀਨਿੰਗ, ਇਹ ਵਰਡਸ ਦਾ ਬੜਾ ਮੀਨਿੰਗ, ਡੈਪਥ ਵਾਲਾ ਜਿਹੜਾ ਡੀਪ ਮੀਨਿੰਗ ਹੈਗੇ ਨੇ ਇਹ ਵਰਡਸ ਦੇ, ਔਰ ਉਹਨਾਂ ਨੂੰ ਬਿਲਕੁਲ ਧਿਆਨ ਨਾਲ ਨਿਗਾਹ ਰੱਖੀ ਦੀ ਹੈ। ਤੇ ਹਾਜ਼ਰ ਤੁਹਾਡੇ ਵਾਸਤੇ ਇੱਕ ਬੜੀ ਅੱਛੀ ਖੁਸ਼ਖਬਰੀ ਕਿ ਕੈਨੇਡਾ ਨੇ ਇੰਡੀਆ ਦੇ ਵਾਸਤੇ ਖਾਸ ਤੌਰ 'ਤੇ, ਇੱਕ ਹੋਰ ਕੰਟਰੀ ਸੀ ਮੇਰੇ ਖਿਆਲ ਮੋਰੱਕੋ ਸੀਗਾ, ਉਸ ਦੇ ਵਾਸਤੇ ਖਾਸ ਤੌਰ 'ਤੇ ਕੁਝ ਇਹਨਾਂ ਦੀ ਵਿਗੜਦੀ ਹੋਈ ਹਾਲਤ ਨੂੰ ਔਰ ਜ਼ਿਆਦਾ ਜਨਸੰਖਿਆ ਨੂੰ ਦੇਖਦੇ ਹੋਏ ਖਾਸ ਤੌਰ 'ਤੇ ਕੁਝ ਸਪੈਸ਼ਲ ਕੰਡੀਸ਼ਨ ਰੱਖੀ ਸੀਗੀ ਕਿ ਕੋਵਿਡ ਟੈਸਟ ਸਿਰਫ ਦਿੱਲੀ ਏਅਰਪੋਰਟ 'ਤੇ ਹੀ ਹੋਏਗਾ ਤਾਂ ਹੀ ਮੰਨਿਆ ਜਾਏਗਾ। ਔਰ ਜੇ ਕਿਸੇ ਥਰਡ ਕੰਟਰੀ ਦੇ ਥਰੂ ਆਉਂਦੇ ਨੇ ਕਿ ਇੱਥੋਂ ਦਾ ਜਹਾਜ਼ ਕਿਤੇ ਹੋਰ ਕੰਟਰੀ 'ਚ ਜਾਂਦਾ, ਲੈਂਡ ਕਰਦਾ, ਉੱਥੇ ਜਾ ਕੇ ਫਿਰ ਕਿਸੇ ਹੋਰ, ਫਿਰ ਅੱਗੇ ਆਉਂਦੇ ਨੇ, ਤੇ ਉਸ ਕੰਟਰੀ ਤੋਂ ਵੀ ਕੋਵਿਡ ਟੈਸਟ ਹੋਣਾ ਜ਼ਰੂਰੀ ਸੀਗਾ। ਹੁਣ ਇਹ ਦੋਨੇ ਕੰਡੀਸ਼ਨ ਜਿਹੜੀਆਂ ਨੇ 28 ਤਰੀਕ ਤੋਂ ਖਤਮ ਕਰ ਦਿੱਤੀਆਂ ਨੇ ਕੈਨੇਡਾ ਗੌਰਮੈਂਟ, ਕੈਨੇਡਾ ਨੇ। ਬੜੀ ਅੱਛੀ ਖਬਰ ਹੈਗੀ ਹੈ ਜਿਸ ਦੇ ਨਾਲ ਕਾਫੀ ਰਾਹਤ ਹੋਏਗੀ। ਤੇ ਹੁਣ ਜਿਹੜਾ ਹੈਗਾ ਦਿੱਲੀ ਏਅਰਪੋਰਟ ਤੋਂ ਇਲਾਵਾ ਵੀ ਰੈਕਗਨਾਈਜ਼ਡ ਮੈਡੀਕਲ ਕਾਉਂਸਲ ਆਫ ਇੰਡੀਅਨ ਰਿਸਰਚ ਜਿਹੜਾ ਹੈਗਾ MCIR ਤੋਂ ਰਿਕਗਨਾਈਜ਼ਡ ਲੈਬੋਰੇਟਰੀਜ਼ ਕੋਲੋਂ ਵੀ, ਕਿਸੇ ਕੋਲੋਂ ਵੀ RT-PCR ਟੈਸਟ ਕਰਵਾਇਆ ਜਾਵੇ ਤਾਂ ਮੰਨਿਆ ਜਾਏਗਾ। ਔਰ ਥਰਡ ਕੰਟਰੀ ਤੋਂ ਅਗਰ
ਆਪਾਂ ਰੁਕ ਕੇ ਜਾਣਾ ਹੈ ਕਿਸੇ ਥਰਡ ਕੰਟਰੀ ਦੇ ਥਰੂ, ਤੇ ਉੱਥੋਂ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ। ਇਹ ਦੋ ਚੀਜ਼ਾਂ। ਔਰ ਕੈਨੇਡਾ ਪਹੁੰਚ ਕੇ ਵੀ ਜਿਹੜਾ ਹੈਗਾ ਰੈਂਡਮ ਜਿਹੜਾ ਹੈ RT-PCR ਟੈਸਟ ਹੋਏਗਾ, ਅਗਰ ਪੋਜ਼ੀਟਿਵ ਆਏਗਾ ਤੇ ਉਹ ਫਿਰ ਕੁਆਰੰਟੀਨ ਕਰਨਾ ਪਏਗਾ। ਲੇਕਿਨ ਕਾਫੀ ਵੱਡੀ ਰਾਹਤ ਹੈਗੀ ਹੈ। ਤੇ ਇਹ ਧਿਆਨ ਰੱਖਣਾ ਕਿ ਸਿਰਫ ਫੁੱਲੀ ਵੈਕਸੀਨੇਟਡ, ਜਿਨ੍ਹਾਂ ਨੂੰ ਦੋਨੇ ਵੈਕਸੀਨ ਦੀਆਂ ਡੋਜ਼ਿਸ ਲੱਗ ਚੁੱਕੀਆਂ ਨੇ, ਉਹਨਾਂ ਨੂੰ ਹੀ ਟਰੈਵਲ ਕਰਨਾ ਅਲਾਉਡ ਹੈਗਾ ਕੈਨੇਡਾ ਗੌਰਮੈਂਟ ਵੱਲੋਂ, ਇਹ 에ਅਰਲਾਈਨਸ ਵੱਲੋਂ। ਔਰ ਉਸ ਦੇ ਵਿੱਚ ਕੋਵਿਸ਼ੀਲਡ ਔਰ ਕੋਵੈਕਸਿਨ ਦੋਨੇ ਮਾਨਤਾ ਪ੍ਰਾਪਤ ਨੇ, ਦੋਨਾਂ ਨੂੰ ਓਕੇ ਕੀਤਾ ਜਾਏਗਾ। ਦੋਨਾਂ ਦੀ ਜਿਹੜੀ ਵੈਕਸੀਨ ਲੱਗੇ ਹੋਏ ਜਿਹੜੇ ਟਰੈਵਲਰਸ ਨੂੰ ਅਲਾਉ ਕੀਤਾ ਜਾਏਗਾ, ਕੋਈ ਪ੍ਰੋਬਲਮ ਨਹੀਂ। ਕਈਆਂ ਨੂੰ ਭਰਮ ਹੈਗਾ ਕਿ ਕੋਵਿਸ਼ੀਲਡ ਅਲਾਉਡ ਹੈਗੀ, ਕੋਵੈਕਸਿਨ ਜਿਹੜਾ ਇੰਡੀਆ 'ਚ ਬਣੀ ਸੀਗੀ ਉਹ ਸ਼ਾਇਦ ਨਹੀਂ ਮਾਨਤਾ ਪ੍ਰਾਪਤ। ਉਹ ਸ਼ੁਰੂ ਦੇ ਵਿੱਚ ਸੀਗਾ, ਬਾਅਦ ਦੇ ਵਿੱਚ ਮਾਨਤਾ ਪ੍ਰਾਪਤ ਹੋ ਗਈ ਸੀਗੀ, ਕੋਈ ਪ੍ਰੋਬਲਮ ਨਹੀਂ। ਤੇ ਮਈ ਜਿਹੜਾ ਇਨਟੇਕ ਹੈਗਾ ਉਹਦਾ ਲਾਸਟ ਚੱਲਦਾ ਪਿਆ, ਸ਼ਾਇਦ ਇੱਕ ਹਫ਼ਤਾ ਦੇ ਕਰੀਬ ਸਮਝ ਲਓ ਕਿ ਹੋਰ ਆਪਾਂ ਅਪਲਾਈ ਕਰਾਂਗੇ। ਕੁਝ ਕਾਲਜਾਂ 'ਚ ਹਾਲੇ ਸੀਟਾਂ ਅਵੇਲੇਬਲ ਨੇ। ਸੂ ਕਾਲਜ ਦੇ ਵਿੱਚ ਰੀਓਪਨ ਹੋਇਆ ਸੀਗਾ, ਹਾਲਾਂਕਿ ਸਤੰਬਰ ਜਿਹੜਾ ਹੈ ਉਹਦੀਆਂ ਵੀ ਐਡਮਿਸ਼ਨ ਚੱਲਦੀਆਂ ਪਈਆਂ ਨੇ, ਲੇਕਿਨ ਮਈ ਦੀਆਂ ਸੀਟਾਂ ਪਹਿਲਾਂ ਖਤਮ ਹੋ ਗਈਆਂ ਸੀਗੀਆਂ, ਲੇਕਿਨ ਕੁਝ ਸੀਟਾਂ ਕੁਝ ਪ੍ਰੋਗਰਾਮ ਦੇ ਵਿੱਚ ਅਵੇਲੇਬਲ ਹੋਈਆਂ ਨੇ। ਇਸੇ ਤਰੀਕੇ ਨਾਲ ਕਈ ਹੋਰ ਕਾਲਜਿਸ ਦੇ ਵਿੱਚ ਅਵੇਲੇਬਲ ਹੈਗੀਆਂ ਨੇ। ਵੈਦਰ ਕਿ ਤੁਹਾਡੇ ਵਾਸਤੇ ਤੁਹਾਡੀ ਸਟੱਡੀ ਪਹਿਲਾਂ ਕੀ ਕੀਤੀ ਹੈ ਉਸ ਦੇ ਮੁਤਾਬਕ ਆਪਾਂ ਨੂੰ ਅਵੇਲੇਬਲ ਹੈਗਾ ਕਿ ਨਹੀਂ ਹੈਗਾ, ਇਹ ਚੀਜ਼ ਦੇਖਣੀ ਪਏਗੀ। ਲੇਕਿਨ ਮਈ ਵਾਸਤੇ ਹੁਣ ਜ਼ਿਆਦਾ ਟਾਈਮ ਨਹੀਂ ਹੈਗਾ, ਫਟਾਫਟ ਅਪਲਾਈ ਕਰਕੇ ਜਲਦੀ ਆਪਾਂ ਸਾਰਾ ਕੁਝ ਕਰਾਂਗੇ। ਲੇਕਿਨ ਟਾਈਮ ਲਿਮਿਟਿਡ ਹੈਗਾ, ਹੁਣ ਆਪਾਂ ਨੂੰ ਇਸ ਗੱਲ ਬਾਰੇ ਸੋਚਣਾ ਪਏਗਾ। ਡੋਂਟ ਵੇਸਟ ਯੂਰ ਟਾਈਮ। ਈਵਨ ਕਿ ਸਤੰਬਰ ਵਾਸਤੇ ਬੜੇ ਸਾਰੇ ਕਾਲਜਿਸ, ਸੈਨਿਕਾ ਕਾਲਜ ਟੋਟਲੀ ਫੁੱਲ ਹੋ ਚੁੱਕਿਆ ਹੈਗਾ, ਹੋਰ ਬੜੇ ਸਾਰੇ, ਲੈਂਪਟਨ ਕਾਲਜ ਆਲਮੋਸਟ ਫੁੱਲ ਹੋ ਚੁੱਕਿਆ ਹੈਗਾ, ਹੋਰ ਬੜੇ ਸਾਰੇ ਕਾਲਜਿਸ ਫੁੱਲ ਹੋ ਚੁੱਕੇ ਨੇ। ਛੇਤੀ ਅਪਲਾਈ ਕਰ ਲੈਣਾ। ਔਰ ਈਵਨ ਕਿ ਜੇ ਤੁਹਾਡੇ ਕੋਈ ਚੁਣਿੰਦਾ ਜਿਹੜੇ ਤੁਸੀਂ ਪ੍ਰੈਫਰੈਂਸ ਵਾਲੀ ਜਗ੍ਹਾ 'ਤੇ, ਪ੍ਰੈਫਰੈਂਸ ਵਾਲੇ ਕਾਲਜ ਵਿੱਚ ਸੋਚਿਆ ਕਿ ਇੱਥੇ ਜਾਣਾ ਹੈਗਾ, ਉੱਥੇ ਸਤੰਬਰ 'ਚ ਨਹੀਂ ਹੈਗਾ, ਜਨਵਰੀ 'ਚ ਸੀਟ ਅਵੇਲੇਬਲ। ਫੋਰ ਐਗਜ਼ਾਮਪਲ ਕਿ ਬੋਵਲੀ ਕਾਲਜ ਜਿਹੜਾ ਹੈਗਾ ਕੈਲਗਰੀ ਦੇ ਵਿੱਚ ਹੈਗਾ, ਉਸ ਦੇ ਵਿੱਚ ਸੀਟਾਂ ਜਿਹੜੀਆਂ ਸਤੰਬਰ ਦੀਆਂ ਵੀ ਬਹੁਤ ਪਹਿਲਾਂ, ਮਹੀਨਾ ਡੇਢ ਮਹੀਨੇ 2 ਮਹੀਨੇ ਪਹਿਲਾਂ ਹੀ ਮੁੱਕ ਗਈਆਂ ਸੀਗੀਆਂ। ਔਰ ਉਹਨਾਂ ਨੇ ਜਨਵਰੀ 23 ਦੀਆਂ ਐਡਮਿਸ਼ਨਾਂ ਵੀ ਬੜੇ ਸਾਰੇ ਕਾਲਜਿਸ ਨੇ ਸ਼ੁਰੂ ਕਰ ਦਿੱਤੀਆਂ ਹੈਗੀਆਂ। ਤੇ ਇਹੋ ਜਿਹੀ ਥਾਂ 'ਤੇ ਹੀ ਜਾਣਾ ਚਾਹੁੰਦੇ ਹੈਗੇ ਹੋ ਤਾਂ ਫਿਰ ਆਪਾਂ ਹੁਣੇ ਅਪਲਾਈ ਕਰ ਲਈਏ। ਆਪਾਂ ਨੂੰ ਹੁਣੇ ਅਪਲਾਈ ਕਰ ਲੈਣਾ ਚਾਹੀਦਾ ਹੈਗਾ, ਉਸ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ। ਤੇ ਛੇਤੀ ਅਪਲਾਈ ਕਰ ਲਈਏ ਤਾਂ ਕਿ ਉਹ ਵੀ ਸੀਟਾਂ ਵਾਲਾ, ਇੰਨਾ ਜ਼ਿਆਦਾ ਰਸ਼ ਚੱਲਦਾ ਪਿਆ। ਹਾਲਾਂਕਿ ਆਸਟ੍ਰੇਲੀਆ ਨੇ ਵੀਜ਼ਾ ਖੋਲ੍ਹੇ ਨੇ, ਲੇਕਿਨ ਅਗੇਨ ਕਿ ਕਈ ਤਰ੍ਹਾਂ ਦੀਆਂ ਅੜਚਨਾਂ ਹੋਣਗੀਆਂ। ਔਰ ਖ਼ਾਸ ਤੌਰ 'ਤੇ PR ਜਿਹੜੀ ਹੈ ਉਹ ਡਿਫੀਕਲਟ ਹੁੰਦੀ ਹੈਗੀ ਹੈ। ਔਰ ਕੈਨੇਡਾ ਦੇ ਵਿੱਚ PR ਬੜੀ ਸੌਖੀ ਹੈ, ਸਾਰਾ ਕੁਝ ਸੌਖਾ। ਕੱਲ੍ਹ ਕਿਸੇ ਦਾ, ਮੇਰੇ ਜਾਣਕਾਰ ਦਾ ਫੋਨ ਆਇਆ ਸੀ, US ਜਾਣਾ ਚਾਹੁੰਦੇ ਸੀਗੇ। ਅਗੇਨ ਕਿ US ਦੇ ਵਿੱਚ ਮੈਨੂੰ PR ਜਿਹੜਾ ਹੈਗਾ ਕਾਫੀ ਔਖੀ ਹੁੰਦੀ ਹੈ, ਔਰ ਤਲਵਾਰ ਲਟਕਦੀ ਰਹਿੰਦੀ ਹੈ। ਜਦੋਂ ਤੱਕ ਕੋਈ ਹੱਲ ਜਾਂ ਨਾ ਨਿਕਲੇ ਉਦੋਂ ਤੱਕ 5, 7, 10 ਸਾਲ ਤੱਕ ਬੰਦਾ ਔਖਾ ਹੁੰਦਾ ਹੈ। ਉਹਦੇ ਨਾਲੋਂ ਬੈਟਰ ਹੈ ਕਿ ਕੈਨੇਡਾ ਜੇ ਜਾਈਏ। ਤੇ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਦੇਖਿਆ ਕਿ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ। ਸਾਰੇ ਲੋਕ PR ਵੀ ਹੁੰਦੇ ਆ। ਬਲਕਿ ਰੀਸੈਂਟਲੀ ਤਾਂ ਕਰੋਨਾ ਦੇ ਦੌਰਾਨ ਜਿਹੜਾ ਹੈ ਕੈਨੇਡਾ ਗੌਰਮੈਂਟ ਨੇ ਖਾਸ ਤੌਰ 'ਤੇ ਪਬਲਿਕ ਪੋਲਿਸੀ ਦੇ ਅੰਦਰ ਫਟਾਫਟ ਜਿਹੜੀ ਹੈ ਵਿਦਆਊਟ ਐਕਸਪੀਰੀਅੰਸ, ਜਿਹੜੇ ਰੀਸੈਂਟਲੀ ਗ੍ਰੈਜੂਏਟਡ ਸੀਗੇ, ਜਿਹੜੇ ਜੋਬ 'ਤੇ ਕਿਸੇ ਵੀ ਤਰ੍ਹਾਂ ਦੀ ਜੋਬ 'ਤੇ ਸੀਗੇ, ਵਿਦਆਊਟ ਐਕਸਪੀਰੀਅੰਸ ਉਹਨਾਂ ਨੂੰ ਇਮੀਡੀਏਟਲੀ PR ਵਾਸਤੇ ਐਲੀਜੀਬਲ ਕਰ ਦਿੱਤਾ ਸੀਗਾ। ਬੜੇ ਸਾਰੇ ਲੋਕਾਂ ਨੇ ਅਪਲਾਈ ਕੀਤਾ। ਹੋਰ ਵੀ ਕਈ ਕੈਟੇਗਰੀਆਂ ਕੱਢੀਆਂ ਸੀਗੀਆਂ PR ਵਾਸਤੇ। ਬਹੁਤ ਸੌਖਾ ਰਿਹਾ ਉਹਨਾਂ ਦੇ ਵਾਸਤੇ, ਇੱਕ ਕਿਸਮ ਦੀ ਲਾਟਰੀ ਵਾਲਾ ਕੰਮ ਸੀਗਾ। ਤੇ ਵੈਲਕਮ। ਔਰ ਇੱਕ IRCC ਕੈਨੇਡਾ ਅੰਬੈਸੀ ਦੀ ਖਾਸ ਤੌਰ 'ਤੇ ਇੱਕ ਨੋਟੀਫਿਕੇਸ਼ਨ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈਗੀ ਹੈ, ਕਾਫੀ ਜ਼ਿਆਦਾ ਮਸ਼ਹੂਰ ਹੋ ਰਹੀ ਹੈਗੀ ਹੈ, ਜਿਸ ਦੇ ਵਿੱਚ ਟਵਿੱਟਰ ਅਕਾਊਂਟ ਕੈਨੇਡਾ ਇਨ ਇੰਡੀਆ ਨੇ, ਕੈਨੇਡਾ ਇਨ ਇੰਡੀਆ ਮਤਲਬ ਕੈਨੇਡਾ ਅੰਬੈਸੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਕਿਹਾ ਹੈਗਾ ਕਿ ਜਿਹੜੇ ਸਟੱਡੀ ਵੀਜ਼ਾ 'ਤੇ ਵੀ ਜਾਣਾ ਚਾਹੁੰਦੇ ਨੇ, ਉਹ ਜਿਹੜੇ ਕਾਲਜਿਸ ਦੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦਾ ਮਤਲਬ ਕਾਲਜਿਸ ਦੇ ਏਜੰਟ, ਅਪੁਆਇੰਟਡ ਏਜੰਟ ਨੇ, ਉਹਨਾਂ ਕੋਲੋਂ ਐਡਮਿਸ਼ਨ ਤਾਂ ਭਾਵੇਂ ਕਰਾ ਲੈਣ, ਲੇਕਿਨ ਵੀਜ਼ਾ ਵਾਸਤੇ ਉਹ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੀ ਚੁਣਨ। ਇਹ ਧਿਆਨ ਰੱਖਣ। ਔਰ ਉਹਨਾਂ ਨੇ ਲਿੰਕ ਦਿੱਤਾ ਹੈਗਾ
ਜਿੱਥੇ ਜਾ ਕੇ ਆਪਾਂ ਇਹ ਦੇਖ ਸਕਦੇ ਹਾਂ ਕੌਣ ਆਥੋਰਾਈਜ਼ਡ ਹੈਗਾ ਕੌਣ ਨਹੀਂ ਹੈਗਾ। ਆਫ ਕੋਰਸ ਉਹ ਜਿਹੜਾ ਲਿੰਕ ਜਿਹੜਾ ਹੈਗਾ ਅਸੀਂ ਫੇਸਬੁੱਕ ਤੇ ਸ਼ੇਅਰ ਕੀਤਾ ਹੋਣਾ, ਨਹੀਂ ਤਾਂ ਅੱਜ ਮੈਂ ਕਰਵਾ ਦਾਂਗਾ। ਲੇਕਿਨ ਵੱਡੀ ਗੱਲ ਇਹ ਕਿ ਸੌਖਾ ਹੈਗਾ ਕੈਨੇਡਾ ਅੰਬੈਸੀ ਦੀ ਵੈਬਸਾਈਟ ਦੇ canada.ca ਖੋਲਾਂਗੇ ਆਪਾਂ ਵੈਬਸਾਈਟ, ਉੱਥੇ ਸਰਚ ਬਾਕਸ ਦੇ ਵਿੱਚ ਲਿਖਾਂਗੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ, ਤੇ ਉਹ ਜਿਹੜਾ ਹੈਗਾ ਜਦੋਂ ਆਪਾਂ ਐਂਟਰ ਕਰਾਂਗੇ ਸਰਚ ਕਰਾਂਗੇ ਤੇ ਉੱਥੇ ਆਪਾਂ ਦੇਖ ਸਕਦੇ ਹੈਗੇ ਆ ਕਿ ਆਪਾਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੀ ਲਿਸਟ, ਜਾਂ ਫਿਰ ਗੂਗਲ ਦੇ ਉੱਪਰ ਲਿਖੋ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਕੈਨੇਡਾ, ਤੇ ਉਹ ਜਿਹੜੀ CICC ਜਿਹੜੀ ਜਿਸ ਦੇ ਮੈਂਬਰ CICC ਕੈਨੇਡੀਅਨ ਅੰਬੈਸੀ ਦੀ ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਹੈ, ਜਿਸ ਦੇ ਮੈਂਬਰ ਲੀਗਲੀ ਆਥੋਰਾਈਜ਼ਡ ਰਿਕਗਨਾਈਜ਼ਡ ਨੇ ਕੈਨੇਡਾ ਗੌਰਮੈਂਟ ਵੱਲੋਂ, ਕੈਨੇਡਾ ਅੰਬੈਸੀ ਵੱਲੋਂ। ਸੋ ਉਹਨਾਂ ਦੀ ਵੈਬਸਾਈਟ 'ਤੇ ਵੀ ਆਪਾਂ ਉਹ ਲਿਸਟ ਦੇਖ ਸਕਦੇ ਹਾਂ ਕਿ ਕੌਣ ਆਥੋਰਾਈਜ਼ਡ ਹੈਗਾ ਕਿਹੜਾ ਨਹੀਂ ਹੈਗਾ। ਖਾਸ ਤੌਰ 'ਤੇ ਜਿਨ੍ਹਾਂ ਨੇ ਕਾਲਜ ਵਿੱਚ ਅਪਲਾਈ ਕੀਤਾ ਹੈਗਾ, ਅੰਬੈਸੀ 'ਚ ਅਪਲਾਈ ਕੀਤਾ, ਆਪਣੀ ਜਿਹੜੀ ਈਮੇਲ ID ਜਿਹੜੀ ਦਿੱਤੀ ਹੈ ਕਾਲਜਾਂ ਨੂੰ, ਉਹ ਬੜੇ ਧਿਆਨ ਨਾਲ ਦੇਖਣ ਸਟੂਡੈਂਟਸ। ਉਹਦੇ 'ਤੇ ਬੜੀ ਤਰ੍ਹਾਂ ਦੀ ਅਪਡੇਟਸ ਆਉਂਦੀਆਂ ਨੇ, ਰਿਫੰਡ ਨੂੰ ਲੈ ਕੇ, ਡੈਡਲਾਈਨਸ ਨੂੰ ਲੈ ਕੇ, ਵਿਡਰਾਲਸ ਨੂੰ ਲੈ ਕੇ, ਆਨਲਾਈਨ ਕਲਾਸਿਸ ਅਲਾਊਡ ਨੇ ਨਹੀਂ ਅਲਾਊਡ, ਕਿਹੜੀ ਡੇਟ ਡੈਡਲਾਈਨ ਹੈਗੀ ਹੈ, ਕਿਵੇਂ ਰਜਿਸਟਰ ਕਰਨਾ ਹੈਗਾ, ਰਿਫੰਡ ਦੀ ਡੈਡਲਾਈਨ ਕੀ ਹੈਗੀ ਹੈ, ਡੈਫਰਮੈਂਟ ਦੀ ਡੈਡਲਾਈਨ ਕੀ ਹੈਗੀ ਹੈ, ਬੜਾ ਕੁਛ ਹੈਗਾ ਇਸ ਤਰ੍ਹਾਂ ਦਾ। ਬੜਾ ਧਿਆਨ ਨਾਲ ਦੇਖੋ, ਕਿਉਂਕਿ ਕਈ ਵਾਰੀ ਕੰਸਲਟੈਂਟ ਨੂੰ ਉਹ ਇਨਫੋਰਮੇਸ਼ਨ ਨਹੀਂ ਆਉਂਦੀ, ਕਈ ਵਾਰੀ ਸਟੂਡੈਂਟਸ ਨੂੰ ਡਾਇਰੈਕਟ ਕਾਲਜਿਸ ਭੇਜਦੇ ਨੇ, ਜੇ ਉਹ ਮਿਸ ਹੁੰਦੀ ਹੈ ਤੇ ਬੜੀ ਤਰ੍ਹਾਂ ਦੀ ਪ੍ਰੋਬਲਮਸ ਆ ਸਕਦੀਆਂ ਨੇ। ਫੀਸ ਵੀ ਮਰ ਸਕਦੀ ਹੈ, ਫੀਸ ਦਾ ਮਤਲਬ ਘੱਟੋ ਘੱਟ ਇੱਕ ਸਮੈਸਟਰ ਦੀ ਫੀਸ 5 ਲੱਖ ਰੁਪਏ ਦਾ ਨੁਕਸਾਨ ਹੋ ਸਕਦਾ ਹੈ, ਕਈ ਤਰ੍ਹਾਂ ਦੀ ਦਿੱਕਤਾਂ ਆਉਣਗੀਆਂ। ਖਾਸ ਤੌਰ 'ਤੇ ਆਨਲਾਈਨ ਕਲਾਸਿਸ ਜਿਹਨਾਂ ਨੇ ਲਾ ਰਹੇ ਨੇ ਜਿਹੜੇ ਸਟੂਡੈਂਟਸ, ਧਿਆਨ ਰੱਖਣ, ਉਹ ਧਿਆਨ ਨਾਲ ਆਪਣੀਆਂ ਆਨਲਾਈਨ ਕਲਾਸਿਸ ਲਾਉਣ। ਕਿਸੇ ਵਜ੍ਹਾ ਕਰਕੇ ਆਨਲਾਈਨ ਕਲਾਸਿਸ ਨਾ ਲੱਗੀਆਂ, ਤੁਹਾਡੀਆਂ ਐਬਸੈਂਟ ਹੋ ਗਏ, 1 2 3 4 ਦਿਨ ਨਾ ਲਾਈਆਂ, ਤੁਹਾਨੂੰ ਸਮਝ ਨਾ ਆਇਆ ਤੇ ਜ਼ਿਆਦਾ ਐਬਸੈਂਟ ਹੋ ਗਈ, ਤੇ ਤੁਸੀਂ ਜੇ ਪ੍ਰੋਬਲਮ ਆ ਗਈ ਤੁਹਾਨੂੰ ਪੜ੍ਹਾਈ ਦੇ ਵਿੱਚ, ਤੇ ਫਿਰ ਕੰਪਾਰਟਮੈਂਟ ਜਿਹਨੂੰ ਕਹਿੰਦੇ ਆਪਾਂ ਸਪਲੀ ਆਏਗੀ, ਕੰਪਾਰਟਮੈਂਟ ਲੱਗੇਗੀ, ਦੁਬਾਰਾ ਫੀਸ ਭਰਨੀ ਪਏਗੀ, ਔਰ ਕਈ ਤਰ੍ਹਾਂ ਦੇ ਨੁਕਸਾਨ ਹੋਣਗੇ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ। ਖਾਸ ਤੌਰ 'ਤੇ ਜਦੋਂ ਇੱਥੋਂ ਆਨਲਾਈਨ ਕਲਾਸਿਸ ਇੰਡੀਆ ਤੋਂ ਲੈ ਰਹੇ ਹਾਂ ਤੇ ਜਦੋਂ ਕੈਨੇਡਾ ਜਾਣ ਲੱਗਾਂਗੇ ਤੇ ਫਿਰ ਦਿੱਕਤ ਖਾਸ ਤੌਰ 'ਤੇ ਆ ਸਕਦੀ ਹੈਗੀ ਹੈ ਕਿ ਤੁਸੀਂ ਤਾਂ ਇੱਥੇ ਇਹ ਵਾਲਾ ਕੋਰਸ ਵੀ ਨਹੀਂ ਪੜ੍ਹ ਸਕੇ ਚੱਜ ਨਾਲ ਔਰ ਫੇਲ ਹੈਗੇ ਹੋ, ਤੇ ਫਿਰ ਉੱਥੇ ਜਾਣ 'ਚ ਦਿੱਕਤ ਆ ਸਕਦੀ ਹੈ। ਸੋ ਆਪਣਾ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਧਿਆਨ ਨਾਲ ਪੜ੍ਹਾਈ ਕਰਨੀ ਹੈਗੀ ਹੈ। ਸਪਾਊਸ ਵੀਜ਼ਾ ਦਾ ਖਾਸ ਤੌਰ 'ਤੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੇ ਵੀ ਭਾਵੇਂ ਸਟੱਡੀ ਪਰਮਿਟ ਤੇ ਜਿਹੜੇ ਸਪਾਊਸ ਕੈਨੇਡਾ ਵਿੱਚ ਹੈਗੇ ਨੇ ਉਹ ਆਪਣੇ ਸਪਾਊਸ ਨੂੰ ਬੁਲਾ ਰਹੇ ਨੇ, ਭਾਵੇਂ ਵਰਕ ਪਰਮਿਟ ਤੇ ਹੈਗੇ ਨੇ ਉੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਂ LMIA ਦੇ ਥਰੂ ਜਿਹੜਾ ਵਰਕ ਪਰਮਿਟ ਤੇ ਹੈਗੇ ਨੇ, ਉਹ ਆਪਣੇ ਸਪਾਊਸ ਨੂੰ ਇੰਡੀਆ ਤੋਂ ਬੁਲਾ ਰਹੇ ਨੇ। ਜਿਹੜੀਆਂ ਕੰਡੀਸ਼ਨਸ ਨੇ ਦੇ ਹੈਵ ਟੂ ਮੀਟ ਦੋਜ਼ ਕੰਡੀਸ਼ਨਸ ਥਰੂ ਆਊਟ until they get their visa। ਦਾ ਮਤਲਬ ਜਦੋਂ ਤੱਕ ਸਪਾਊਸ ਦਾ ਇੰਡੀਆ ਤੋਂ ਵੀਜ਼ਾ ਨਾ ਲੱਗ ਜਾਵੇ ਉਦੋਂ ਤੱਕ ਸਾਰੀਆਂ ਕੰਡੀਸ਼ਨਾਂ ਨੂੰ ਮੀਟ ਕਰਨਾ ਪੈਣਾ ਹੈ, ਉਹਨਾਂ ਚੀਜ਼ਾਂ ਨੂੰ ਸ਼ਰਤਾਂ ਨੂੰ ਪੂਰਾ ਕਰਨਾ ਪੈਣਾ। ਫੋਰ ਐਗਜ਼ਾਮਪਲ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਂ ਚਲੋ ਦੂਜੇ LMIA ਦੇ ਵਰਕ ਪਰਮਿਟ ਤੇ ਅਗਰ ਸਪਾਊਸ ਹੈਗਾ ਤੇ ਉਸ ਦੀ ਕੰਡੀਸ਼ਨ ਹੈਗੀ ਹੈ ਕਿ OAB ਕੈਟੇਗਰੀ ਦਾ, ਮਤਲਬ ਮੋਟੀ ਜਿਹੀ ਗੱਲ ਕਰੀਏ ਤਾਂ ਸੁਪਰਵਾਈਜ਼ਰ ਲੈਵਲ ਦੀ ਜੋਬ ਤੇ ਹੋਣਾ ਜ਼ਰੂਰੀ ਹੈਗਾ, ਤਾਂ ਹੀ ਉਹ ਆਪਣੇ ਸਪਾਊਸ ਨੂੰ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਕੈਨੇਡਾ ਦੇ ਵਿੱਚ ਬੁਲਾ ਸਕਦੇ ਨੇ। ਤੇ ਜੇ ਉਹ ਸਪਾਊਸ ਕੈਨੇਡਾ ਛੱਡ ਕੇ ਇੰਡੀਆ ਆ ਜਾਵੇ, ਰਿਜ਼ਾਈਨ ਕਰ ਦੇਵੇ, ਉੱਥੋਂ ਜੋਬ ਛੱਡ ਕੇ ਆ ਜਾਵੇ, ਤੇ ਦੈਟ ਮੀਨਸ ਉਹ ਕੰਡੀਸ਼ਨਸ ਨੂੰ ਮੀਟ ਨਹੀਂ ਕਰਦਾ। ਹੁਣ ਉਹ ਜਿਹੜੀਆਂ 6 ਮਹੀਨੇ, ਸਾਲ, 2 ਮਹੀਨੇ, 5 ਮਹੀਨੇ ਜਦੋਂ ਵੀ ਕੈਨੇਡਾ 'ਚ ਅੰਬੈਸੀ 'ਚ ਫਾਈਲ ਲਾਈ ਸੀ, ਫਾਈਲ ਤਾਂ ਉਦੋਂ ਹੀ ਲੱਗੇਗੀ ਜਦੋਂ ਆਪਾਂ OAB ਕੈਟੇਗਰੀ ਦੀ ਜੋਬ ਲੈਟਰ, ਪੇ ਸਟੱਬਸ, ਹੋਰ ਸਾਰੇ ਪ੍ਰੂਫ ਦਿੱਤੇ ਕਿ ਹੁਣ ਜਿਹੜਾ ਸਪਾਊਸ ਹੈ ਕੈਨੇਡਾ ਦੇ ਵਿੱਚ ਇਹ OAB ਕੈਟੇਗਰੀ ਦੇ ਵਿੱਚ ਜੋਬ ਕਰਦਾ ਪਿਆ ਹੈ ਤੇ ਉਹ ਆਪਣੇ ਸਪਾਊਸ ਨੂੰ ਬੁਲਾਉਣਾ ਚਾਹੁੰਦਾ ਹੈਗਾ, ਤੇ ਇਹ ਸਾਰੇ ਕਾਗਜ਼ ਫਾਰਮ ਵਗੈਰਾ ਲਾ ਕੇ ਆਪਾਂ ਅੰਬੈਸੀ ਨੂੰ ਅਪਲਾਈ ਕਰਦੇ ਹੈਗੇ ਹਾਂ। ਲੇਕਿਨ ਮੰਨ ਲਓ ਕਿ ਹਾਲੇ ਰਿਜ਼ਲਟ ਨਹੀਂ ਆਇਆ, ਵੀਜ਼ਾ ਆਇਆ ਨਹੀਂ, ਤੇ ਜੇ ਸਪਾਊਸ ਇੰਡੀਆ ਆ ਜਾਵੇ, ਜੋਬ ਛੱਡ ਦੇਵੇ, ਔਰ ਮਹੀਨੇ 2 ਮਹੀਨੇ ਬਾਅਦ ਜੇ ਅੰਬੈਸੀ ਤੋਂ ਚਿੱਠੀ ਆਵੇ ਕਿ ਲਿਆਓ ਜੀ ਹੁਣ ਤੁਸੀਂ ਇੱਕ ਵਾਰੀ ਆ ਜਾਂਦੀ ਹੁੰਦੀ ਹੈ, ਅਕਸਰ ਹੀ ਆਉਂਦੀ ਹੈ ਕਾਫੀ ਸਾਰਿਆਂ ਨੂੰ, ਸਾਡੇ ਕਾਫੀ ਸਾਰੇ ਕਲਾਇੰਟਸ ਨੂੰ ਆਈ ਹੈਗੀ ਹੈ ਕਿ ਹੁਣ ਅਸੀਂ ਵੀਜ਼ਾ ਦੇਣ ਲੱਗੇ ਹਾਂ, ਸੋਚ ਲਈਏ ਕਿ ਵੀਜ਼ਾ ਦੇਣ ਤੋਂ ਪਹਿਲਾਂ ਅਸੀਂ ਇਹ ਚੈੱਕ ਕਰਨਾ ਚਾਹੁੰਦੇ ਹਾਂ ਕਿ ਹੁਣ 4-6 ਮਹੀਨੇ ਹੋ ਗਏ ਨੇ ਪ੍ਰੋਸੈਸ ਦੇ ਵਿੱਚ ਫਾਈਲ ਨੂੰ, ਕਿਆ ਹੁਣ ਵੀ ਸਪਾਊਸ ਜਿਹੜਾ ਹੈਗਾ ਉਹ ਕੰਮ ਕਰਦਾ ਪਿਆ OAB ਕੈਟੇਗਰੀ ਦੇ ਵਿੱਚ, ਸਟਿਲ ਕੰਟੀਨਿਊਇੰਗ ਦ ਜੋਬ।
ਤੇ ਜੇ ਉਹ ਕਾਗਜ਼ ਆਪਾਂ ਨਹੀਂ ਦੇ ਸਕਦੇ ਕਿਉਂਕਿ ਉੱਥੋਂ ਸਪਾਊਸ ਇੰਡੀਆ ਆ ਗਿਆ ਹੈਗਾ ਤੇ ਜੌਬ ਕੰਟੀਨਿਊ ਨਹੀਂ ਕਰਦਾ ਪਿਆ, ਛੱਡ ਦਿੱਤੀ ਹੈਗੀ ਹੈ, ਰਿਜ਼ਾਈਨ ਕਰ ਦਿੱਤੀ ਹੈਗੀ ਹੈ, ਔਰ ਕਾਗਜ਼ ਆਪਾਂ ਦੇ ਨਹੀਂ ਪਾਵਾਂਗੇ ਤੇ ਫਿਰ ਰਿਫਿਊਜ਼ਲ ਹੋਣ ਦੇ ਚਾਂਸ ਹੋਣਗੇ। ਉਸ ਦੇ ਵਿੱਚ ਕੰਸਲਟੈਂਟ ਦਾ ਕਸੂਰ ਨਹੀਂ ਹੈਗਾ, ਕੁਦਰਤੀ ਗੱਲ ਹੈ। ਕੰਸਲਟੈਂਟ ਨੇ ਕੀ ਕੰਮ ਕਰਨਾ, ਤੁਹਾਨੂੰ ਹੈਲਪ ਕਰਨੀ ਹੈ ਕਿ ਰੂਲ ਰੈਗੂਲੇਸ਼ਨ ਦੇ ਵਿੱਚ ਫਾਈਲ ਨੂੰ ਅਪਡੇਟ ਰੱਖਣ ਦੇ ਵਿੱਚ ਕਾਨੂੰਨ ਦੇ ਹਿਸਾਬ ਨਾਲ ਆਪਾਂ ਚੱਲੀਏ ਤਾਂ ਕਿ ਕੁਝ ਗਲਤ ਨਾ ਕਰੀਏ। ਫਾਰਮ ਭਰਨੇ, ਫਾਰਮਾਂ ਨੂੰ ਕਿਵੇਂ ਸਬਮਿਟ ਕਰਨਾ, ਫਾਈਲ ਕਿਵੇਂ ਲਾਣੀ, ਕਿਹੜੇ ਡਾਕੂਮੈਂਟ ਲਾਉਣ ਦੀ ਲੋੜ ਹੈਗੀ, ਕਿਹੜੇ ਲਾਉਣ ਦੀ ਲੋੜ ਨਹੀਂ ਹੈਗੀ, ਬੜਾ ਕੁਝ ਦੇਖਣਾ ਹੁੰਦਾ। ਲੇਕਿਨ ਕੰਡੀਸ਼ਨਾਂ ਨੂੰ ਤਾਂ ਤੁਸੀਂ ਪੂਰਾ ਕਰਨਾ ਹੈਗਾ। ਫੋਰ ਐਗਜ਼ਾਮਪਲ ਕਿ ਸਟੱਡੀ ਪਰਮਿਟ ਦੀ ਆਪਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਾਣੇ ਹੈਗੇ ਆ ਤੇ ਸਟੱਡੀ ਜਿਹੜੀ ਪੂਰੀ ਕੀਤੀ ਸਟੂਡੈਂਟਸ ਨੇ ਉਸ ਦੇ ਕਾਗਜ਼ ਲਾਣੇ ਹੈਗੇ ਤਦ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਹੁਣ ਉਹ ਪੜ੍ਹਾਈ ਠੀਕ ਤਰੀਕੇ ਨਾਲ ਪੂਰੀ ਕੀਤੀ ਕਿ ਨਹੀਂ ਕੀਤੀ, ਸਟੱਡੀ ਦੇ ਦੌਰਾਨ ਅਗਰ ਫੁੱਲ ਟਾਈਮ ਨਹੀਂ ਰਹੇ ਸਟੂਡੈਂਟ, ਫੁੱਲ ਟਾਈਮ ਸਟੱਡੀ ਨਹੀਂ ਕੀਤੀ, ਲਾਸਟ ਜਿਹੜਾ ਸਮੈਸਟਰ ਹੈ ਉਹੀ ਪਾਰਟ ਟਾਈਮ ਅਲਾਊਡ ਹੈਗਾ। ਕਿਉਂਕਿ ਮੰਨ ਲਓ ਕਿ 4 ਸਮੈਸਟਰ ਦੀ ਸਟੱਡੀ ਹੈ, 2 ਸਾਲ ਦਾ ਕੋਰਸ ਹੈ, 3 ਸਮੈਸਟਰ ਦੇ ਵਿੱਚ ਫੁੱਲ ਟਾਈਮ ਸਟੱਡੀ ਸੀ ਕਿਉਂਕਿ 3 ਸਬਜੈਕਟ ਘੱਟੋ ਘੱਟ ਲੈਣੇ ਜ਼ਰੂਰੀ ਹੁੰਦੇ ਆ ਕਿ ਉਹ ਜਿਹੜੇ ਮੰਨ ਲਓ 3 9 ਤੇ 2 11 ਸਬਜੈਕਟ ਸੀਗੇ ਤੇ 3 ਤਾਂ ਲੈ ਲਏ 3 ਸਮੈਸਟਰ ਦੇ ਵਿੱਚ, ਫਿਰ ਚੌਥੇ ਸਮੈਸਟਰ ਵਾਸਤੇ ਰਹਿ ਹੀ 2 ਗਏ ਸੀਗੇ, 3 ਬਚੇ ਹੀ ਨਹੀਂ ਤੇ 2 ਸਬਜੈਕਟ ਲੈ ਲਏ ਲੇਕਿਨ ਫਿਰ ਉਹ ਪਾਰਟ ਟਾਈਮ ਹੋ ਗਿਆ। ਤੇ ਇਹ ਅਲਾਊਡ ਹੈਗਾ ਕੈਨੇਡਾ ਐਮਬੈਸੀ ਵੱਲੋਂ ਕਿਉਂਕਿ ਉਹਦੇ ਕੋਲ ਬਚਿਆ ਹੀ ਨਹੀਂ ਸੀ ਪੂਰਾ ਹੋਰ ਕੁਝ ਕਰਨ ਨੂੰ। ਤੇ ਲਾਸਟ ਸਮੈਸਟਰ ਦੇ ਵਿੱਚ ਪਾਰਟ ਟਾਈਮ ਰਹਿਣਾ ਅਲਾਊਡ ਹੈਗਾ, ਬਾਕੀ ਸਮੈਸਟਰਾਂ ਦੇ ਵਿੱਚ ਅਲਾਊਡ ਨਹੀਂ ਹੈਗਾ। ਅਗੇਨ ਕਿ ਲੀਨੀਅੰਟ ਵੀਜ਼ਾ ਅਫਸਰ ਹੋਇਆ, ਨਹੀਂ ਨਿਗਾਹ ਪਈ, ਨਹੀਂ ਕਿਤੇ ਧਿਆਨ ਦਿੱਤਾ ਤੇ ਫਿਰ ਦੇ ਦੂਗਾ। ਜੇ ਕਿਸੇ ਨੇ ਜ਼ਿਆਦਾ ਸਟ੍ਰਿਕਟਲੀ ਧਿਆਨ ਨਾਲ ਦੇਖ ਲਿਆ, ਚੈੱਕ ਕਰ ਲਿਆ, ਦੇਖ ਲਿਆ ਔਰ ਉਸ ਤੋਂ ਬਾਅਦ ਹੈਗਾ ਵੀ ਵੀਜ਼ਾ ਅਫੀਸਰ 'ਤੇ ਬੜਾ ਡਿਪੈਂਡ ਕਰਦਾ ਹੈਗਾ ਵੀ ਸਟ੍ਰਿਕਟ ਹੈਗਾ ਤੇ ਉਸਨੇ ਆਬਜੈਕਸ਼ਨ ਲਾ ਕੇ ਮਨਾ ਕਰ ਦੇਣਾ ਹੈ। ਇਸੇ ਤਰੀਕੇ ਨਾਲ ਜੇ ਇਹ ਸਟੱਡੀ ਪਰਮਿਟ ਦੀ ਗੱਲ ਕਰੀਏ ਤੇ ਫਿਰ ਸਪਾਊਸ ਨੂੰ ਬੁਲਾਉਣ ਲੱਗੇ ਹੈਗੇ ਤੇ ਸਟੱਡੀ ਨੂੰ ਠੀਕ ਤਰੀਕੇ ਨਾਲ ਕਰਨਾ ਉਹ ਜ਼ਰੂਰੀ ਹੈਗਾ ਔਰ ਆਪਣੀਆਂ ਕੰਡੀਸ਼ਨਾਂ ਨੂੰ ਮੀਟ ਕਰਨਾ ਜ਼ਰੂਰੀ ਹੈਗਾ। ਇਹ ਸਭ ਚੀਜ਼ਾਂ ਦਾ ਧਿਆਨ ਰੱਖੋ, ਆਪਣੇ ਕੰਸਲਟੈਂਟ ਨਾਲ ਟੱਚ ਵਿੱਚ ਰਹੋ ਤਾਂ ਕਿ ਕੁਝ ਵੀ ਇਹੋ ਜਿਹੀ ਗੜਬੜ ਨਾ ਹੋਵੇ ਜਿਹਦੇ ਕਰਕੇ ਬਾਅਦ ਦੇ ਵਿੱਚ ਰਿਫਿਊਜ਼ਲ ਵਾਲਾ ਕੰਮ ਹੋਵੇ। ਔਰ ਬਾਅਦ ਦੇ ਵਿੱਚ ਦੇਖੋ ਸਾਰੇ ਤਾਂ ਨਹੀਂ ਲੇਕਿਨ 10 ਵਿੱਚੋਂ 1-2, 10 ਵਿੱਚੋਂ 7-8, 6-7-8 ਤੱਕ ਕਾਫੀ ਸਿਆਣੇ ਹੁੰਦੇ ਨੇ, ਸਮਝਦੇ ਨੇ ਇਹਨਾਂ ਗੱਲਾਂ ਨੂੰ। 1-2-3 ਸਮਝਦੇ ਵੀ ਨਹੀਂ ਤੇ ਫਾਈਲ ਦੇ ਵਿੱਚ ਕਸੂਰ ਆਪਣਾ ਹੁੰਦਾ ਹੈ, ਕਮੀਆਂ ਆਪਣੀਆਂ ਹੁੰਦੀਆਂ ਨੇ। ਜੇ ਕਿਤੇ ਕਸਰ ਰਹਿ ਜਾਵੇ, ਰਿਫਿਊਜ਼ ਹੋ ਜਾਵੇ ਤੇ ਭਾਵੇਂ ਅਸੀਂ ਜਿੰਨੇ ਮਰਜ਼ੀ ਗੱਲਾਂ ਕੀਤੀਆਂ ਹੋਣ, ਸਮਝਾਇਆ ਹੋਵੇ, ਲਿਖ ਕੇ ਦਿੱਤਾ ਹੋਵੇ ਵੀ ਵੀਜ਼ਾ ਦੀ ਗਰੰਟੀ ਨਹੀਂ ਹੁੰਦੀ ਕਦੇ ਵੀ, ਤੇ ਫਿਰ ਵੀ ਕਈ ਵਾਰੀ ਉਹ ਟੈਨਸ਼ਨ ਵਿੱਚ ਆ ਜਾਂਦੇ ਨੇ। ਇਮੀਗ੍ਰੇਸ਼ਨ ਕੰਸਲਟੈਂਟ ਨੂੰ ਆਪਣਾ ਜਿਹੜਾ ਹੈ ਕਸੂਰਵਾਰ ਠਹਿਰਾ ਦਿੰਦੇ ਨੇ। ਸੁਭਾਅ 'ਤੇ ਵੀ ਡਿਪੈਂਡ ਕਰਦਾ ਤੇ ਡੈਫੀਨੇਟਲੀ ਸਮਝ 'ਤੇ ਵੀ ਡਿਪੈਂਡ ਕਰਦਾ, ਲੇਕਿਨ ਉਹ ਫਿਰ ਕਸੂਰਵਾਰ ਕੰਸਲਟੈਂਟ ਨੂੰ ਠਹਿਰਾਉਣਗੇ, ਉਹਦੇ ਨਾਲ ਹੋਣਾ ਤਾਂ ਕੁਝ ਵੀ ਨਹੀਂ। ਤੇ ਇਸ ਕਰਕੇ ਆਪ ਵੀ ਕਲਾਇੰਟ ਸਾਰੇ ਸਟੱਡੀ ਵੀਜ਼ਾ, ਸਪਾਊਸ ਵੀਜ਼ਾ, ਸੁਪਰ ਵੀਜ਼ਾ ਵਗੈਰਾ ਜਿੰਨੇ ਵੀ ਨੇ, ਆਪ ਵੀ ਅਲਰਟ ਰਹੋ, ਧਿਆਨ ਰਹੋ, ਖਿਆਲ ਰੱਖੋ। ਵੈਲਕਮ। ਔਰ ਅਗੇਨ ਕਿ ਆਪਣੇ ਆਪ ਨੂੰ ਫੀਸਾਂ ਵਗੈਰਾ ਦਾ ਬਚਾ ਕੇ, ਜਿਸ ਤਰ੍ਹਾਂ ਮੈਂ ਕਿਹਾ ਸੀਗਾ, ਅਲਰਟ ਰਹੋ ਸਾਰੇ। ਕਾਲਜ ਕਿਹੜਾ ਹੈਗਾ, ਕੋਰਸ ਕਿਹੜਾ ਹੈਗਾ, ਉਹਦੀ ਫੀਸ ਕਿਹੜੀ ਹੋਗੀ, ਕਾਲਜ ਦਾ ਕੈਂਪਸ ਕਿਹੜਾ ਹੈਗਾ, ਸਾਰੀਆਂ ਚੀਜ਼ਾਂ ਦਾ ਜਿਹੜਾ ਆਪ ਵੀ ਧਿਆਨ, ਵੈਬਸਾਈਟ 'ਤੇ ਸਾਰਾ ਕੁਝ ਮੈਂਸ਼ਨ ਹੁੰਦਾ ਅੱਜ ਕੱਲ੍ਹ ਆਨਲਾਈਨ, ਉਹ ਸਾਰਾ ਧਿਆਨ ਦਿਓ। ਖਾਸ ਤੌਰ 'ਤੇ ਸਿਰਫ ਉਸ ਕਾਲਜ ਵਿੱਚ ਅਪਲਾਈ ਕਰਨਾ ਹੈਗਾ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈਗਾ। ਪੜ੍ਹ ਕੇ ਇਹ ਜਿਹੜੀ ਹੈ ਲਿਸਟ ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਦਿੱਤੀ ਹੋਈ ਹੈਗੀ ਆ, ਹਰ ਵਾਰੀ ਮੈਂ ਦੱਸਦਾ ਹੈਗਾ। ਸੋ ਇਹ ਜਿਹੜੀ ਹੈ ਆਪਾਂ ਗੂਗਲ 'ਤੇ ਲਿਖਣਾ DLI ਲਿਸਟ ਕੈਨੇਡਾ, ਐਂਟਰ ਕਰਾਂਗੇ ਤੇ ਉਹ ਲਿਸਟ ਨਿਕਲ ਆਏਗੀ। ਪ੍ਰੋਵਿੰਸ ਪਾ ਕੇ, ਕਾਲਜ ਦਾ ਨਾਮ ਪਾ ਕੇ ਆਪਾਂ ਦੇਖ ਸਕਦੇ ਹਾਂ। ਜੈਸ ਲਿਖਿਆ ਤੇ ਇਹਦਾ ਮਤਲਬ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ, ਨੋ ਲਿਖਿਆ ਇਹਦਾ ਮਤਲਬ ਨਹੀਂ ਮਿਲੇਗਾ। ਕੋਈ ਸ਼ੱਕ ਹੋਵੇ, ਨਾ ਸਮਝ ਆਵੇ ਤੇ ਸਾਡੇ ਸਾਰੇ ਆਫਿਸਿਸ ਵਿਜ਼ਿਟ ਕਰ ਲਓ। ਮੇਰੇ ਅਲੱਗ-ਅਲੱਗ ਲਾਈਵ ਸੈਸ਼ਨ ਵਿੱਚ ਅਲੱਗ-ਅਲੱਗ ਟਾਪਿਕਸ 'ਤੇ ਗੱਲਾਂ ਹੁੰਦੀਆਂ ਨੇ, ਤੁਸੀਂ ਪਿਛਲੇ ਲਾਈਵ ਸੈਸ਼ਨ 'ਤੇ ਜਾ ਕੇ ਹੋਰ ਟੌਪਿਕਸ ਬਾਰੇ ਵੀ ਦੇਖ ਸਕਦੇ ਹੋ। ਔਰ ਖਾਸ ਤੌਰ 'ਤੇ ਮੇਰੇ ਬਾਰੇ ਔਰ ਕੈਨੇਡਾ ਜਿਹੜੀ ਸਾਡੀ ਜਿਹੜੀ ਕੰਪਨੀ ਹੈਗੀ ਹੈ, 2 ਆਫਿਸ ਕੈਨੇਡਾ 'ਚ ਵੀ ਨੇ, ਇੱਕ ਬਰੈਂਪਟਨ ਦੇ ਵਿੱਚ, ਇੱਕ ਸੈਸਕਾਟੂਨ ਦੇ ਵਿੱਚ। ਔਰ ਉੱਥੇ ਵੀ ਇਸ ਵਕਤ ਸਟਾਫ ਦੀ ਜ਼ਰੂਰਤ ਹੈਗੀ ਹੈ ਤੇ ਇਹ ਸਾਰੀ ਇਨਫੋਰਮੇਸ਼ਨ ਵਾਸਤੇ ਇੰਡੀਆ ਦੇ ਵਿੱਚ ਵੀ ਜੌਬ ਅਗਰ ਕਿਸੇ ਨੇ ਕਰਨੀ ਆ, ਓਨੈਸਟ ਸਿੰਸੀਅਰ ਬੰਦਾ ਹੋਵੇ, ਕੈਨੇਡਾ ਦੇ ਆਫਿਸਿਸ ਦੇ ਵਿੱਚ ਵੀ ਲੋੜ ਹੈਗੀ ਹੈ ਇਸ ਵਕਤ। ਉਹ ਸਾਰੇ ਗੱਲ ਕਰਨਗੇ 70613 70613 ਨੰਬਰ ਹੈਗਾ ਜਿਹੜਾ,
ਸਾਡੀ ਵੈਬਸਾਈਟ pioneerimmigration.com ਖੋਲਾਂਗੇ ਤਾਂ 15 ਮਿੰਟ ਦੀ ਵੀਡੀਓ ਚੱਲੇਗੀ। ਉਸ ਦੇ ਵਿੱਚ ਮੇਰੇ ਬਾਰੇ ਔਰ ਕੰਪਨੀ ਬਾਰੇ ਬੜੀ ਡਿਟੇਲ ਦਿੱਤੀ ਹੈਗੀ ਆ। 15 ਮਿੰਟ ਦੀ ਵੀਡੀਓ ਜ਼ਰੂਰ ਦੇਖੋ। ਔਰ ਵੈਬਸਾਈਟ 'ਤੇ ਸਾਰੇ ਐਡਰੈਸ, ਫੋਨ ਨੰਬਰ ਦਿੱਤੇ ਨੇ, ਕੰਟੈਕਟ ਨੰਬਰ ਦਿੱਤੇ ਨੇ, ਈਮੇਲ ਆਈਡੀ ਦਿੱਤੀ ਹੈਗੀ ਹੈ, ਫੇਸਬੁੱਕ ਪੇਜ ਪਾਇਨੀਅਰ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ, ਇੰਸਟਾਗ੍ਰਾਮ पेज फॉलो करो और यूट्यूब चैनल सबसक्राइब करो। और ये जी पोस्ट है मेरिया लाइव सैशन टीवी इंटरव्यूज जरूर शेयर करो ताकि तुहाडे फ्रेंड रिलेटिव जिहड़े भी तुहाडे फ्रेंड्स होंदे ने फेसबुक ते उन्हां नूं इंस्टाग्राम ते उन्हां नूं अगे फॉरवर्ड हो जाती है ये, ताकि ये सारी फ्री दी जैनुअन 100% दिलों जिहड़ी जायज़ वधिया चंगी और हैल्पफुल जानकारी उन्होंने भी हासिल हो सके। किसी को कोई बेचारा जोड़ा है गरीब मार वाला काम का मतलब है कि किसी को नुकसान ना हो जाए। जिस तरह मैं ये अपने लाइव सैशन के दौरान गल की, किसी कंसल्टेंट ने कहता लियाओ जी पैसे दिओ असीं भर दिंदे आ, बाद दे विच सारे जिन्हों कहने कि पंगे ही पैने आ, बाद दिक्कत ही आनी है। सो बी केयरफुल और अपना कंसल्टेंट भी ध्यान नाल चुनो। बड़े जिहड़ी चीज़ों असीं डील करते हैं उही जैस करते हैं, जिहड़ी चीज़ां नहीं डील करते असीं मना कर दिंदे आ। ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਜਿਹੜੇ ਹੁਣ ਵੀਜ਼ਾ ਸ਼ੁਰੂ ਹੋਏ ਨੇ ਤੇ ਡਾਕਟਰ ਗਗਨਦੀਪ ਕੌਰ ਜੱਜੀ ਸਾਡੇ ਜਿਹੜੇ ਪਾਇਨੀਅਰ ਇਮੀਗ੍ਰੇਸ਼ਨ ਦੇ ਵਿੱਚ ਮੈਂਬਰ ਹੈਗੇ ਨੇ ਔਰ ਮਾਰਾ ਮੈਂਬਰ ਨੇ, ਮਾਰਾ ਏਜੰਟ ਨੇ ਔਰ ਆਥੋਰਾਈਜ਼, ਜਿਵੇਂ ਮੈਂ CICC ਮੈਂਬਰ ਹੈਗਾ, ਲੀਗਲੀ ਆਥੋਰਾਈਜ਼ਡ ਬਾਈ ਕੈਨੇਡਾ ਗਵਰਨਮੈਂਟ ਐਂਡ ਕੈਨੇਡਾ ਅੰਬੈਸੀ, ਉਹ ਮਾਰਾ ਮੈਂਬਰ ਨੇ ਲੀਗਲੀ ਆਥੋਰਾਈਜ਼ਡ ਬਾਈ ਆਸਟ੍ਰੇਲੀਅਨ ਗਵਰਨਮੈਂਟ ਐਂਡ ਆਸਟ੍ਰੇਲੀਅਨ ਅੰਬੈਸੀ। ਵੈਲਕਮ ਆਸਟ੍ਰੇਲੀਆ ਦਾ ਵੀ ਕੋਈ ਕੰਮ ਹੋਵੇ ਤਾਂ ਸਾਡੇ ਆਫਿਸ ਦੇ ਵਿੱਚ ਜ਼ਿਕਰ ਕਰਕੇ ਗੱਲਬਾਤ ਕਰਕੇ ਡਿਸਕਸ ਕਰਕੇ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ। ਵੈਲਕਮ, ਬਹੁਤ ਬਹੁਤ ਧੰਨਵਾਦ। ਅਗਲੇ ਸ਼ਨੀਵਾਰ ਦੁਬਾਰਾ ਜੁੜਾਂਗੇ, ਗੱਲਬਾਤ ਕਰਾਂਗੇ ਔਰ ਨਵੇਂ ਟੌਪਿਕ, ਨਵੇਂ ਅਪਡੇਟਸ, ਨਵੀਆਂ ਗੱਲਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਸ਼ੁਕਰੀਆ।